तेरा मैं जानू तेरा
गरीब निवाज गोसैया मेरा हाथ चतर तर ऐसी ऐसी मेरे लाल तुझ बिन कौन ऐसी मेरे लाल तुझ बिन कौन
नाम रहूगा रहनेगे साधु, ओ झूठी दुनिया जार रोज दी। नाम रहूगा रहनेगे साधु, झूठी दुनिया जार रोज दी। मार्ग
ਹੁਣ ਨਾ ਵਿਛੋੜੀ ਮਾਲਕਾ। ਪਹਿਲਾਂ ਕਈਆਂ ਜਨਮਾਂ ਦੇ ਵਿਛੜੇ, ਹੁਣ ਨਾ ਵਿਛੋੜੀ ਮਾਲਕਾ। ਪਹਿਲਾਂ ਕਈਆਂ ਜਨਮਾਂ ਦੇ ਵਿਛੜੇ, ਹੁਣ ਨਾ ਵਿਛੋੜੀ ਮਾਲਕਾ। ਪਹਿਲਾਂ ਕਈਆਂ ਜਨਮਾਂ ਦੇ ਵਿਛੜੇ, ਇਹ ਹੁਣ ਨਾ ਵਿਛੋੜੀ ਮਾਲਕਾ। ਪਹਿਲਾਂ ਕਈਆਂ ਜਨਮਾਂ ਦੇ ਵਿਛੜੇ, ਹੁਣ ਨਾ ਵਿਛੋੜੀ ਮਾਲਕਾ। ਕਈਆਂ ਜਨਮਾਂ ਦੇ ਵਿਛੜੇ, ਹੁਣ ਨਾ ਵਿਛੋੜੀ ਮਾਲਕਾ। ਪਹਿਲਾਂ ਕਈਆਂ ਜਨਮਾਂ ਦੇ ਵਿਛੜੇ, ਹੁਣ ਨਾ ਵਿਛੋੜੀ ਮਾਲਕਾ। ਹੁਣ ਨਾ ਜੀ 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 ਵਿਛੋੜੀ ਮਾਲਕਾ। ਪਹਿਲਾਂ ਕਈਆਂ ਜਨਮਾਂ ਦੇ ਵਿਛੜੇ, ਜਨਮਾਂ ਦੇ ਵਿਛੜੇ, ਹੁਣ ਨਾ ਵਿਛੋੜੀ ਮਾਲਕਾ। ਕਈਆਂ ਜਨਮਾਂ ਦੇ ਵਿਛੜੇ, ਹੁਣ ਨਾ ਵਿਛੋੜੀ, ਹੁਣ ਨਾ ਵਿਛੋੜੀ ਮਾਲਕਾ। ਕਈਆਂ ਜਨਮਾਂ ਦੇ ਵਿਛੜੇ, ਹੁਣ ਨਾ ਵਿਛੋੜੀ ਮਾਲਕਾ। ਪਹਿਲਾਂ ਕਈਆਂ ਜਨਮਾਂ ਦੇ ਵਿਛੜੇ, ਹੁਣ ਨਾ ਵਿਛੋੜੀ ਮਾਲਕਾ। ਕਈਆਂ ਜਨਮਾਂ ਦੇ ਵਿਛੜੇ, ਹੁਣ ਨਾ ਵਿਛੋੜੀ ਮਾਲਕਾ। ਪਹਿਲਾਂ ਕਈਆਂ ਜਨਮਾਂ ਦੇ ਵਿਛੜੇ, ਹੁਣ ਨਾ ਵਿਛੋੜੀ ਮਾਲਕਾ। ਪਰਮ ਸਤਿਕਾਰਯੋਗ ਗੁਰੂ ਪਿਆਰੇ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ, ਇਸ ਵਕਤ ਸਾਰੀਆਂ ਹੀ ਸੰਗਤਾਂ ਨੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਨਤਮਸਤਕ ਹੋਣਾ ਕੀਤਾ ਹੈ, ਜੋ ਕਿ ਭਗਤ ਰਮਦਾਸ ਜੀ ਮਹਾਰਾਜ ਉਹਨਾਂ ਦੇ ਆਗਮਨ ਪੁਰਬ ਨੂੰ ਮਨਾਉਂਦੇ ਹੋਇਆਂ ਪਰਸੋਂ ਅੰਮ੍ਰਿਤ ਵੇਲੇ ਤੋਂ ਤੁਲਕੀ ਬਾਣੀ ਆਈ ਤਨ ਸਗਲੀ ਚੰਦ ਮਟਾਈ ਜੀ ਦੀ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਸਨ, ਜਿਨ੍ਹਾਂ ਦੇ ਭੋਗਾਂ ਦੇ ਸ਼ਲੋਕ ਆਪ ਸੰਗਤਾਂ ਨੇ ਸ਼ਰਧਾ ਭਾਵਨਾ ਸੰਯੁਕਤ ਸਰਵਣ ਕਰਨੇ ਕੀਤੇ ਹਨ। ਇਸ ਵਕਤ ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਆ ਲਾਏ ਧਿਆਨਾਂ ਦੇ ਮਹਾਂਵਾਕ ਅਨੁਸਾਰ ਜੋ ਕਿ ਹਰ ਜਸ ਕੀਰਤਨ ਸ਼ੁਰੂ ਹੋਇਆ ਹੈ। ਭਾਈ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਗੁਰੂ ਦਰਬਾਰ ਵਿੱਚ ਸਜਣ ਦੀ ਕਿਰਪਾਲਤਾ ਕਰੋ। ਆਪਣੇ ਪਾਸ ਸ੍ਰੀ ਸੰਤ ਜੀ ਮਹਾਰਾਜ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮੁਗਾ ਮਸਤੂਆਣਾ ਸਾਹਿਬ ਵਾਲੇ ਉਹਨਾਂ ਦਾ ਪਾਵਨ ਪਵਿੱਤਰ ਜਥਾ ਸੰਤ ਬਾਬਾ ਅਵਤਾਰ ਸਿੰਘ ਜੀ ਆਪਣੇ ਪਾਸ ਪਹੁੰਚੇ ਹਨ। ਉਹਨਾਂ ਪਾਸੋਂ ਗੁਰਮਤਿ ਵਿਚਾਰਾਂ ਸੁਣ ਕੇ ਆਪਣੇ ਜੀਵਨ ਨੂੰ ਸਫਲਾ ਬਣਾਉਂਦੇ ਜਾਈਏ। ਭਾਈ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਦਰਬਾਰ ਸਾਹਿਬ ਵਿੱਚ ਸਜਣ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੈਡੀ ਬੰਦ ਸਮੈ ਕੋਈ ਨਾ ਡਿਠਾ, ਤੂੰ ਨਾਨਕ ਮਨ ਭਾਣਾ, ਕੋਲ ਤੁਮਾਈ ਤਿਸ ਮਿੱਤਰ
ਵਿਚੋਲੇ। ਜੈ ਮਿਲ ਕੰਤ ਪਛਾਣਾ, ਤੋਈ ਮੋਈ ਮੋਈ ਤੋਈ ਅੰਤਰ ਕੈਸਾ। ਕਨਕ ਕਟਕ ਜਲ ਤਰੰਗ ਜੈਸਾ। ਜੋ ਪੈ ਹਮ ਨਾ ਪਾਪ ਕਰੰਤਾ, ਪਾਦਤ ਪਾਵਨ ਨਾਮ ਕੈਸੇ ਹੁੰਦਾ। ਹਰ ਕੀ ਸੇਵਕ ਜੋ ਹਰ ਪਾਏ, ਤਿਨ ਕੀ ਕਥਾ ਨਿਰਾਲੀ ਦੇ। ਹਰ ਕੀ ਸੇਵਕ ਜੋ ਹਰ ਪਾਏ, ਤਿਨ ਕੀ ਕਥਾ ਨਿਰਾਲੀ ਦੇ। ਹਰ ਕੇ ਸੇਵਕ ਜੋ ਹਰ ਪਾਏ, ਤਿਨ ਕੀ ਕਥਾ ਨਿਰਾਲੀ ਦੇ। ਹਰ ਕੇ ਸੇਵਕ ਜੋ ਹਰ ਪਾਏ, ਤਿਨ ਕੀ ਕਥਾ ਨਿਰਾਲੀ ਦੇ। ਹਰ ਕੇ ਸੇਵਕ ਜੋ ਹਰ ਪਾਏ, ਤਿਨ ਕੀ ਕਥਾ ਨਿਰਾਲੀ ਦੇ। ਹਰ ਕੇ ਸੇਵਕ ਜੋ ਹਰ ਪਾਏ, ਤਿਨ ਕੀ ਕਥਾ ਨਿਰਾਲੀ ਦੇ। परम सत्कारयोग गुरु प्यारी सत संगत जी, ऐस वक्त सारिया ही संगतां ने सतगुरु महाराज जियां दी मुकद्दस गोद दे अंदर नतमस्तक होना कीता है। जो ये अज का पवित्र दिहाड़ा
ਜਿੱਥੇ ਵੀ ਗੁਰੂ ਨਾਨਕ ਲੇਵਾ ਗੁਰਸਿੱਖ ਵਸਦੇ ਹਨ, ਭਗਤ ਰਵਿਦਾਸ ਜੀਆਂ ਦੇ ਪੈਰੋਕਾਰ ਵਸਦੇ ਹਨ, ਤਾਂ ਭਗਤ ਰਵਿਦਾਸ ਜੀਆਂ ਦਾ 644ਵਾਂ ਪ੍ਰਕਾਸ਼ ਉਤਸਵ ਬੜੇ ਸ਼ਰਧਾ ਔਰ ਧੂਮ-ਧਾਮ ਨਾਲ ਮਨਾ ਰਹੇ ਹਨ। ਉਸੇ ਰੀਤ ਅਨੁਸਾਰ ਸਾਰਾ ਦੇਖ ਮਹੱਲਾ ਗੁਰੂ ਕੀ ਕਾਸ਼ੀ ਦਮਦਮਾ ਸਾਹਿਬ ਦੀ ਧਰਤੀ ਦੇ ਸਾਰੇ ਗੁਰਮੁਖ ਪਿਆਰੇ ਤੁਸੀਂ ਰਲ ਮਿਲ ਕੇ ਹਰ ਸਾਲ ਦੀ ਤਰ੍ਹਾਂ ਭਗਤ ਰਵਿਦਾਸ ਜੀਆਂ ਦੇ ਇਸ ਦਿਹਾੜੇ ਨੂੰ ਬੜੇ ਪਿਆਰ ਦੇ ਨਾਲ ਮਨਾ ਕੇ ਆਪਣੇ ਦਸਾਂ ਨੌਵਾਂ ਦੀ ਕਿਰਤ ਨੂੰ ਸਫਲਾ ਕਰਦੇ ਹਨ। ਗੁਰੂ ਮਹਾਰਾਜ ਜੀਆਂ ਦੀ ਬਖਸ਼ਿਸ਼ ਹੈ, ਰਹਿਮਤ ਹੈ। 3 ਰੋਜ਼ ਤੋਂ ਲੈ ਕੇ ਰੱਬੀ ਬਾਣੀ ਦੇ ਅਖੰਡ ਜਾਪ ਬਾਣੀ ਦੇ ਪ੍ਰਵਾਹ ਚੱਲੇ। ਅੰਮ੍ਰਿਤ ਵੇਲੇ ਆਪਾਂ ਭੋਗਾਂ ਦੇ ਸ਼ਲੋਕ ਪੜ੍ਹੇ ਸੁਣੇ ਹੈ, ਉਪਰੰਤ ਗੁਰੂ ਕਾ ਹਰ ਜਸ ਕੀਰਤਨ ਸ਼ੁਰੂ ਹੋਇਆ ਹੈ। ਬੇਅੰਤ ਸਤਿਕਾਰਤ ਹਸਤੀਆਂ ਹਾਜ਼ਰੀਆਂ ਲਵਾ ਕੇ ਗਈਆਂ ਹਨ ਔਰ ਗੁਰਮੁਖ ਪਿਆਰੇ ਲਵਾ ਰਹੇ ਹਨ। ਉੱਥੇ ਹੀ ਤਖਤ ਸ੍ਰੀ ਦਮਦਮਾ ਸਾਹਿਬ ਦੇ ਮਹਾਨ ਕਥਾਗਰ ਪੁਰਸ਼ ਗਿਆਨੀ ਜਗਤਾਰ ਸਿੰਘ ਜੀ ਆਪਣੇ ਵਿੱਚ ਹਾਜ਼ਰੀਆਂ ਲਵਾ ਰਹੇ ਹਨ। ਤੋ ਸਾਧ ਸੰਗਤ ਜੀ, ਜਿਹੜਾ ਇਹ ਦਿਹਾੜਾ ਹੈ ਭਗਤ ਰਵਿਦਾਸ ਜੀਆਂ ਨੇ 1377 ਈਸਵੀ ਨੂੰ ਸੀਰ ਵਰਧਨਪੁਰ ਬਨਾਰਸ ਯੂਪੀ ਦੇ ਅੰਦਰ ਆਪਣਾ ਜਨਮ ਧਾਰਨ ਕੀਤਾ। ਬਾਬਾ ਸੰਤੋਖ ਦਾਸ ਜੀ, ਮਾਤਾ ਕਲਸੀ ਦੇਵੀ ਜੀ ਉਹਨਾਂ ਦੇ ਗ੍ਰਹਿ ਵਿਖੇ ਐਤਵਾਰ ਦੇ ਦਿਨ ਸ਼ਾਮ ਨੂੰ 4 ਵਜੇ ਜਨਮ ਹੋਇਆ ਭਗਤ ਰਵਿਦਾਸ ਜੀਆਂ ਦਾ। ਔਰ ਜ਼ਿਕਰ ਆਉਂਦਾ ਇਹਨਾਂ ਦਾ ਨਾਮ, ਦਾਦੇ ਦਾ ਨਾਮ ਕਾਲੂ ਰਾਮ ਜੱਸਲ ਸੀ, ਜੱਸਲ ਬਹੁਤ ਸੀਗਾ। ਦਾਦੀ ਲਖਪਤੀ ਸਰੋਏ ਨੇ ਲਿਖਿਆ ਇਤਿਹਾਸ ਦੇ ਅੰਦਰ। ਤੇ ਉਸ ਵੇਲੇ ਸਾਧ ਸੰਗਤ ਜੀ 4 ਫਿਰਕਿਆਂ 'ਚ ਸਮਾਜ ਨੂੰ ਵੰਡਿਆ ਹੋਇਆ ਸੀ। ਬ੍ਰਾਹਮਣ, ਖੱਤਰੀ, ਸੂਦ, ਵੈਸ਼। ਤੇ ਇਸ ਚਮਾਰ ਜਾਤੀ ਨੂੰ ਸ਼ੂਦਰ ਕਿਹਾ ਜਾਂਦਾ ਸੀ। ਸ਼ੂਦਰ ਦੀ ਹਾਲਤ ਕਿੰਨੀ ਮਾੜੀ ਸੀ ਕਿ ਰੱਬ ਦਾ ਨਾਮ ਜਪਣਾ ਤਾਂ ਕਿੱਥੇ, ਸੁਣਨ ਦਾ ਵੀ ਅਧਿਕਾਰ ਨਹੀਂ ਸੀਗਾ ਤੇ ਕੰਨਾਂ 'ਚ ਢਾਲ ਕੇ ਸਿੱਕੇ ਪਾ ਦਿੱਤੇ ਜਾਂਦੇ ਸੀ ਬਿਨੂੰ ਕਿਤੇ ਰੱਬ ਦਾ ਨਾਮ ਨਾ ਸੁਣਦੇ। ਕਿਸੇ ਮੰਦਰ ਮਸੀਤ ਵਿੱਚ ਜਾ ਕੇ ਪਰਮੇਸ਼ਰ ਦੀ ਇਬਾਦਤ ਨਹੀਂ ਕਰ ਸਕਦਾ ਸੀ। ਕਿਸੇ ਧਾਰਮਿਕ ਸਥਾਨ ਤੇ ਯਾਤਰਾ ਤੇ ਜਾਣ ਦਾ ਅਧਿਕਾਰ ਨਹੀਂ ਸੀਗਾ। ਤਾਂ ਸਾਧ ਸੰਗਤ ਜੀ, ਉਸ ਵੇਲੇ 15 ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਅੰਕਿਤ ਹੈ। ਸਾਰੇ ਹੀ ਭਗਤਾਂ, ਸੰਤਾਂ, ਰਿਸ਼ੀਆਂ, ਮੁਨੀਆਂ ਨੇ ਇੱਕੋ ਹੀ ਪਰਮੇਸ਼ਰ ਦੀ ਭਗਤੀ ਤੇ ਜ਼ੋਰ ਦਿੱਤਾ ਤੇ ਸਾਰੀ ਸੰਗਤ ਨੂੰ ਇਹ ਗਿਆਨ ਕਰਵਾਇਆ ਕਿ ਸੰਗਤੇ, ਪਰਮੇਸ਼ਰ ਦਾ ਨਾਮ ਕੋਈ ਵੀ ਜਪ ਸਕਦਾ ਹੈ ਤੇ ਸਾਰੇ ਮਾਲਕ ਨੇ ਪੈਦਾ ਕੀਤੇ। ਸਤਿਗੁਰੂ ਮਹਾਰਾਜ ਜੀਆਂ ਦੇ ਆਪਾਂ ਬਚਨ ਪੜ੍ਹਦੇ ਹਾਂ, ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਦੇ ਬੰਦੇ। ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਬੰਦੇ। ਇੱਕੋ ਹੀ ਨੂਰ ਤੋਂ, ਪਰਮੇਸ਼ਰ ਦੇ ਹੁਕਮ ਤੋਂ ਸਾਰਾ ਜਗ ਪੈਦਾ ਹੋਇਆ। ਉਸੇ ਮਾਲਕ ਨੇ ਬਣਾਏ ਹੈ। ਜਿਹਨੇ ਕੋਈ ਸੁਨਿਆਰ ਦਾ ਕੰਮ ਸ਼ੁਰੂ ਕੀਤਾ ਉਹਨੂੰ ਸੁਨਿਆਰ ਕਹਿਤਾ, ਜਿਹਨੇ ਚੰਮ ਦਾ ਕੰਮ ਸ਼ੁਰੂ ਕੀਤਾ ਉਹਨੂੰ ਚੁਮਿਆਰ ਕਹਿਤਾ। ਉਸ ਸਮੇਂ ਦੇ ਵਿੱਚ ਸਾਧ ਸੰਗਤ ਜੀ ਭਗਤ ਰਵਿਦਾਸ ਜੀਆਂ ਨੂੰ 2-3 ਵਾਰ ਜੇਲ੍ਹ ਵੀ ਜਾਣਾ ਪਿਆ। ਉਸ ਸਮੇਂ ਦੇ ਬ੍ਰਾਹਮਣ ਲੋਕ ਵੱਡੇ ਵੱਡੇ ਆਪਣੇ ਆਪ ਨੂੰ ਗਿਆਨੀ ਅਖਵਾਉਣ ਵਾਲੇ, ਵਿਦਵਾਨ ਅਖਵਾਉਣ ਵਾਲੇ ਈਰਖਾ ਦਵੈਸ਼ ਕਰਦੇ ਰਹੇ। ਪਰ ਭਗਤ ਰਵਿਦਾਸ ਜੀਆਂ ਦੇ ਬਚਨ ਸਨ
ਕਿ ਸਾਧ ਸੰਗਤ ਜੀ ਬੰਦੇ ਦੀ ਵਿਚਾਰ ਵਿੱਚ ਤਾਕਤ ਹੋਣੀ ਚਾਹੀਦੀ ਹੈ, ਆਵਾਜ਼ ਵਿੱਚ ਤਾਕਤ ਨਹੀਂ। ਕਿਉਂਕਿ ਫਸਲ ਬਾਰਿਸ਼ ਨਾਲ ਹੁੰਦੀ ਹੈ, ਗੜਿਆਂ ਨਾਲ ਨਹੀਂ। ਭਗਤ ਰਵਿਦਾਸ ਜੀਆਂ ਦੇ ਬਚਨ ਸਨ। ਤਾਂ ਮੈਂ ਪੜ੍ਹ ਰਿਹਾ ਸੀ, ਡਾਕਟਰ ਅਬਦੁਲ ਕਲਾਮ ਆਪਣੇ ਰਾਸ਼ਟਰਪਤੀ ਉਹਨਾਂ ਨੇ ਵੀ ਆਪਣੇ ਪੁਸਤਕ ਵਿੱਚ ਲਿਖੇ ਹੈ ਬਚਨ। ਤਾਂ ਸਾਧ ਸੰਗਤ ਜੀ ਅੱਛੀ ਵਿਚਾਰ ਹੋਣੀ, ਸ਼ੁੱਧ ਵਿਚਾਰ ਹੋਣੇ, ਰੱਬ ਦੀ ਭਗਤੀ ਹੋਣੀ। ਤਾਂ ਸਾਧ ਸੰਗਤ ਜੀ ਉਸ ਸਮੇਂ ਦੇ ਅੰਦਰ ਭਗਤ ਰਵਿਦਾਸ ਜੀਆਂ ਦਾ ਸਾਧ ਸੰਗਤ ਜੀ ਰੱਬ ਨਾਮ ਸੂਰਜ ਦਾ ਹੈ, ਦਾਸਵੇਂ ਦਾ ਸੇਵਕ। ਜਿਵੇਂ ਸੂਰਜ ਪ੍ਰਕਾਸ਼ ਕਰਦਾ ਹੈ ਨਾ, ਹਨੇਰਾ ਉੱਡ ਜਾਂਦਾ ਹੈ। ਤੇ ਭਗਤ ਰਵਿਦਾਸ ਜੀਆਂ ਨੇ ਭਗਤੀ ਕੀਤੀ ਤੇ ਵਿਸ਼ਿਆਂ ਵਿਕਾਰਾਂ ਦਾ ਤੇ ਈਰਖਾ ਦਵੈਸ਼ ਦਾ ਹਨੇਰਾ ਸੀ ਜਿਹੜਾ ਚਾਰ ਫਿਰਕਿਆਂ 'ਚ ਵੰਡੇ ਹੋਏ ਸਮਾਜ ਨੂੰ ਭਗਤੀ ਕਰਕੇ ਉਹ ਸੂਰਜ ਤਰ੍ਹਾਂ ਪ੍ਰਕਾਸ਼ ਹੀ ਪ੍ਰਕਾਸ਼ ਫੈਲਾ ਦਿੱਤਾ। ਜੀਵਨ ਤੋਂ ਝਲਕਾਂ ਸਿੱਧਾ ਲੈ ਲੈ ਕੇ ਮਹਾਰਾਣੀ ਝਾਲਾ ਜੈਸੇ, ਮੀਰਾਬਾਈ ਜੈਸੇ, ਜਿਹੜੇ ਬਨਾਰਸ ਦੇ ਅੰਦਰ ਰਹਿਣ ਵਾਲੇ ਬ੍ਰਾਹਮਣ ਸੀ ਵੀ ਅਸੀਂ ਵਾਲੇ ਜਪੀ ਤਪੀ ਹੈ ਤੇ ਈਰਖਾ ਦਵੈਸ਼ ਕਰਦੇ। ਤੇ ਭਗਤ ਰਵਿਦਾਸ ਜੀ ਭਗਤੀ ਵਿੱਚ ਕਿੰਨੀ ਪਕੜ ਸੀ ਕਿ ਪੱਥਰ ਦੀਆਂ ਮੂਰਤੀਆਂ ਵੀ ਤਾਰਤੀਆਂ। ਤਦੀ ਤਾਂ ਬਚਨ ਆਉਂਦਾ ਹੈ ਨਾ, ਰੱਬ ਪ੍ਰੇਮ ਦੀ ਡੋਰ ਨਾਲ ਬੰਨਿਆ, ਪਰ ਖਿੱਚਦੇ ਪ੍ਰੇਮ ਵਾਲੇ ਹੀ ਹੈ। ਜਿਵੇਂ ਪਤੰਗ ਡੋਰ ਨਾਲ ਬੰਨਿਆ ਹੋਇਆ ਨਾ, ਤੇ ਡੋਰ ਜਿਹਦੇ ਹੱਥ ਵਿੱਚ ਬੱਚੇ ਦੀ ਹੁੰਦੀ ਹੈ ਉਹ ਖਿੱਚਦਾ ਹੈ,